ਹਰਮੀਤ ਆਡੀਓ ਰਿਕਾਰਡਿੰਗ ਰਾਹੀਂ ਕਹਿ ਰਹੀ ਹੈ ਕਿ ਤੁਸੀਂ ਸਮਝਾ ਰਹੇ ਹੋ ਬਾਬਾ ਆਨੰਦ ਸਿੰਘ ਜੀ ਕਲਪਨਾ ਦੁਆਰਾ ਬਾਬੇ ਨਾਨਕ ਦਾ ਸਰੂਪ ਦੇਖ ਰਹੇ ਹਨ। ਪਹਿਲਾਂ ਤੁਸੀਂ ਕਲਪਨਾ ਨੂੰ ਸਮਝੋ। ਕਲਪਨਾ ਮਨ ਦਾ ਇੱਕ ਐਡਵਾਂਸ ਹਿੱਸਾ ਹੈ। ਤੇ ਜਿਨ੍ਹਾਂ ਦਾ ਥੋੜ੍ਹਾ ਜਿਹਾ ਮਨ ਸ਼ਾਂਤ ਹੁੰਦਾ ਹੈ ਨਾ, ਉਹਨਾਂ ਦਾ ਫਿਰ ਇਹ ਐਡਵਾਂਸ ਹਿੱਸਾ ਜ਼ਿਆਦਾ ਕੰਮ ਕਰਦਾ ਹੈ। ਜਿਵੇਂ ਬਹੁਤ ਸਾਰੇ ਕਵੀ ਰਾਈਟਰ ਹੋਏ ਹਨ, ਤੋਂ ਅੱਗੇ ਦੀ ਕਲਪਨਾ ਕਰ ਲੈਂਦੇ ਹਨ। ਕੁਛ ਐਸੀ ਕਲਪਨਾ ਕਰ ਲੈਂਦੇ ਹਨ ਜਿਹੜਾ ਮਨੁੱਖ ਸੋਚਦਾ ਨਹੀਂ। ਤੇ ਇਵੇਂ ਹੀ ਜੇ ਤੋਂ ਮਨੁੱਖ ਪ੍ਰਭਾਵਿਤ ਹੁੰਦਾ ਹੈ, ਉਹਦੀ ਵੀ ਕਲਪਨਾ ਕਰਨ ਲੱਗ ਜਾਂਦਾ ਹੈ। ਤੇ ਜਿਹਦੀ ਵੀ ਮਨ ਕਲਪਨਾ ਕਰਦਾ ਹੈ, ਉਹਦੇ ਬਾਰੇ ਸੋਚਦਾ ਹੈ, ਤੇ ਫਿਰ ਕਲਪਨਾ ਦੁਆਰਾ ਉਹਦਾ ਰੂਪ ਘੜਿਆ ਜਾਂਦਾ ਹੈ। ਜਿਵੇਂ ਪਹਿਲ ਕਹਿੰਦੇ ਹਨ ਵੀ ਚਿੱਤਰਕਾਰ ਸੋਭਾ ਸਿੰਘ ਨੇ ਬਾਬੇ ਨਾਨਕ ਦੀ ਤਸਵੀਰ ਬਣਾਈ ਸੀ। ਤੋ ਜਦੋਂ ਪ੍ਰਚਲਿਤ ਹੋਈ ਜ਼ਿਆਦਾ, ਤੇ ਬਹੁਤ ਸਾਰੇ ਲੋਕ ਜਿਹੜੇ ਸਨ ਵਿਰੋਧੀ, ਉਹ ਕਹਿਣ ਲੱਗ ਪਏ ਵੀ ਇਹ ਸੋਭਾ ਸਿੰਘ ਨੇ ਆਪਣਾ ਹੀ ਰੂਪ ਬਣਾਇਆ ਹੋਇਆ ਹੈ, ਇਹ ਬਾਬੇ ਨਾਨਕ ਦੀ ਨਹੀਂ। ਤੇ ਬੜੀ ਚਰਚਾ ਹੋ ਰਹੀ ਸੀ। ਪਰ ਸੋਭਾ ਸਿੰਘ ਨੇ ਉਹ ਤਸਵੀਰ ਕਿਵੇਂ ਬਣਾਈ ਹੋਵੇਗੀ? ਸਿਰਫ ਕਥਾ ਕਹਾਣੀਆਂ ਪੜ੍ਹ ਕੇ, ਸੁਣ ਕੇ, ਆਪਣੇ ਖਿਆਲ ਦੁਆਰਾ ਵੀ ਐਸੇ ਹੋਣਗੇ ਗੁਰੂ, ਉਹਨੇ ਆਪਣੀ ਕਲਪਨਾ ਬਣਾ ਦਿੱਤੀ। ਕਿਉਂਕਿ ਪਹਿਲਾਂ ਤਾਂ ਕੋਈ ਤਸਵੀਰ ਹੈ ਨਹੀਂ ਸੀ। ਤੇ ਜਿਹੜੀ ਕਹਾਣੀ ਤੋਂ ਮਨ ਪ੍ਰਭਾਵਿਤ ਹੁੰਦਾ ਹੈ, ਤੁਸੀਂ ਵੀ ਅਕਸਰ ਦੇਖਿਆ ਹੋਵੇਗਾ, ਕੋਈ ਨਾਵਲ ਪੜ੍ਹ ਰਹੇ ਹੋ ਜਾਂ ਕੋਈ ਕਹਾਣੀ ਸੁਣ ਰਹੇ ਹੋ, ਤੇ ਤੁਸੀਂ ਹੌਲੀ ਹੌਲੀ ਉਹ ਕਹਾਣੀ ਦਾ ਜਿਹੜਾ ਪਾਤਰ ਕੋਈ ਚੰਗਾ ਲੱਗਦਾ ਹੈ ਨਾ, ਉਹਦਾ ਤੁਸੀਂ ਰੂਪ ਕੱਢਣ ਲੱਗ ਜਾਂਦੇ ਹੋ, ਆਕਾਰ ਬਣਾਉਣ ਲੱਗ ਜਾਂਦਾ ਹੈ ਅੰਦਰ ਮਨ, ਤੇ ਕਹਾਣੀ ਅੰਦਰ ਚੱਲਣ ਲੱਗ ਜਾਂਦੀ। ਇੱਦਾਂ ਹੀ ਪੁਰਾਣੇ ਗੁਰੂਆਂ ਦਾ ਇਤਿਹਾਸ ਪੜ੍ਹ ਕੇ ਤੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਫਿਰ ਇਹ ਕਲਪਨਾ ਕੀਤੀ ਜਾਂਦੀ ਹੈ ਵੀ ਗੁਰੂ ਐਸੇ ਹੋਣਗੇ। ਇਵੇਂ ਹੀ ਬਾਬਾ ਆਨੰਦ ਸਿੰਘ ਜੀ ਗੁਰੂ ਨਾਨਕ ਦੇ ਉਪਾਸ਼ਕ ਸਨ, ਤਾਂ ਉਹਨਾਂ ਦੀ ਕਲਪਨਾ ਕਰਦੇ ਰਹਿੰਦੇ ਹੋਣਗੇ ਅੰਦਰ ਵੀ ਕੈਸੇ ਹੋਣਗੇ। ਤੇ ਜਦੋਂ ਕਲਪਨਾ ਬਿਲਕੁਲ ਪ੍ਰਗਾੜ ਹੋ ਜਾਂਦੇ ਹਨ ਕਿਸੇ ਦੀ, ਤੇ ਉਹਨੂੰ ਅੱਖਾਂ ਖੁੱਲ੍ਹੀਆਂ ਨਾਲ ਵੀ ਦਿਖਾਈ ਦੇਣ ਲੱਗ ਜਾਂਦਾ ਹੈ ਵੈਸਾ ਹੀ ਆਕਾਰ। ਇਹ ਬਹੁਤਿਆਂ ਨੂੰ ਹੁੰਦਾ ਹੈ, ਬਹੁਤਿਆਂ ਨੇ ਮੈਨੂੰ ਦੱਸਿਆ ਵੀ ਹੈ। ਅੱਖਾਂ ਖੁੱਲ੍ਹੀਆਂ ਨਾਲ ਵੀ ਉਹ ਦੇਖਦੇ ਹਨ, ਆਪ ਹੀ ਉਹ ਬੈਠੇ ਹੋਏ ਆ। ਉਹਨਾਂ ਨਾਲ ਕਈ ਗੱਲਾਂ ਵੀ ਕਰ ਲੈਂਦੇ ਹਨ ਕਲਪਨਾ ਦੇ ਵਿੱਚ, ਤੇ ਜਵਾਬ ਸਵਾਲ ਵੀ ਹੁੰਦੇ ਹਨ। ਪਰ ਜਵਾਬ ਸਵਾਲ ਤਾਂ ਉਹ ਆਪ ਹੀ ਕਰ ਰਹੇ ਹੁੰਦੇ ਹਨ, ਪਰ ਉਹਨਾਂ ਨੂੰ ਲੱਗਦਾ ਹੈ ਵੀ ਗੁਰੂ ਵੱਲੋਂ ਹੋ ਰਹੇ ਹਨ। ਕਈ ਦੱਸਦੇ ਵੀ ਹਨ ਨਾ ਵੀ ਗੁਰੂਆਂ ਨਾਲ ਗੱਲਬਾਤ ਹੋ ਜਾਂਦੀ, ਤਾਂ ਹੁੰਦੀ ਤਾਂ ਆਪਣੇ ਵੱਲੋਂ ਹੀ, ਕਾਲਪਨਿਕ ਹੀ ਹੈ। ਪਰ ਜਦੋਂ ਉਸ ਕਲਪਨਾ ਦੇ ਵਿੱਚ ਕੋਈ ਪ੍ਰਗਾੜ ਹੁੰਦਾ ਤਾਂ ਉਹਨੂੰ ਸੱਚ ਲੱਗਦਾ। ਜਿਵੇਂ ਤੁਹਾਨੂੰ ਸੁਪਨੇ ਦੇ ਵਿੱਚ ਸੱਚ ਲੱਗਦਾ, ਤਾਂ ਉਹ ਕਦੀ ਮੰਨ ਨਹੀਂ ਸਕਦਾ ਵੀ ਇਹ ਗੱਲ ਝੂਠ ਹੈ, ਨਾ ਹੀ ਤੁਸੀਂ ਮਨਾ ਸਕਦੇ ਹੋ। ਇਵੇਂ ਹੀ ਜਦੋਂ ਬਾਬਾ ਆਨੰਦ ਸਿੰਘ ਜੀ ਨੂੰ ਦਰਸ਼ਨ ਹੋਏ, ਤਾਂ ਉਹਨਾਂ ਨੂੰ ਖਿਆਲ ਆਇਆ ਵੀ ਐਸਾ ਹੀ ਚਿੱਤਰ ਬਣਵਾਉਣਾ ਚਾਹੀਦਾ, ਵੀ ਇਹ ਵਾਸਤਵਿਕ ਹੋਵੇਗਾ ਜਿਹੜਾ ਮੈਨੂੰ ਦਿਖ ਰਿਹਾ। ਤੁਸੀਂ ਖਿਆਲ ਕਰੋ, ਜਿਹੜਾ ਤੁਹਾਨੂੰ ਦਿਖ ਰਿਹਾ ਤੁਸੀਂ ਕਹੋਗੇ ਇਹੋ ਹੀ ਸੱਚ ਹੈ ਨਾ, ਪ੍ਰਤੱਖ ਦਿਖ ਰਿਹਾ। ਤਿਵੇਂ ਹੀ ਉਹਨਾਂ ਨੂੰ ਖਿਆਲ ਵਿੱਚ ਆਇਆ, ਉਹਨਾਂ ਨੇ ਕਿਸੇ ਚਿੱਤਰਕਾਰ ਨੂੰ ਸੱਦਿਆ
ਤੇ ਵੈਸੀ ਤਸਵੀਰ ਬਣਾ ਦਿੱਤੀ। ਤੇ ਲੋਕਾਂ ਨੇ ਜ਼ਿਆਦਾਤਰ ਇਹੋ ਹੀ ਸਮਝਿਆ ਹੈ ਵੀ ਇਹੋ ਹੀ ਬਾਬੇ ਨਾਨਕ ਦਾ ਅਸਲੀ ਰੂਪ ਹੈ, ਜੋ ਬਾਬੇ ਆਨੰਦ ਸਿੰਘ ਜੀ ਨੂੰ ਦਿਖਾਈ ਦਿੱਤਾ। ਪਰ ਉਹ ਜੋ ਦਿਖਾਈ ਦੇ ਰਿਹਾ ਹੈ ਨਾ, ਗੁਰੂ ਨਾਨਕ ਦੇਵ ਜੀ ਦਾ ਉਹ ਰੂਪ ਹੀ ਨਹੀਂ ਹੈ। ਜਦੋਂ ਬਾਬਾ ਨਾਨਕ ਜੀ ਸਰੀਰ ਕਰਕੇ ਸਨ, ਉਦੋਂ ਵੀ ਜਿਹੜਾ ਰੂਪ ਦਿਖਾਈ ਦੇ ਰਿਹਾ ਸੀ ਨਾ, ਉਹ ਥੋੜ੍ਹੀ ਸੀ ਗੁਰੂ ਨਾਨਕ ਦੇਵ ਜੀ। ਇਸੇ ਕਾਰਨ ਤੇ ਸਤਿਗੁਰੂ ਜੀਂਦੇ ਜੀ ਉਸ ਰੂਪ ਦੇ ਨਾਲ ਜੋੜਦੇ ਨਹੀਂ ਹਨ। ਹਾਂ, ਜੁੜਦੇ ਹਨ ਭਗਤ ਸਾਧਕ ਪ੍ਰੇਮੀ, ਬਾਹਰ ਰੂਪ ਹੀ ਦੇਖਦੇ ਹਨ ਗੁਰੂ ਦਾ, ਕਿਉਂਕਿ ਅਰੂਪ ਤੇ ਦਿਖਦਾ ਨਹੀਂ ਹੈ ਉਹਨਾਂ ਨੂੰ। ਪਰ ਉਹ ਨਾਲ ਨਾਲ ਜਤਾਉਂਦੇ ਵੀ ਰਹਿੰਦੇ ਹਨ ਵੀ ਜਿਹਨੂੰ ਤੁਸੀਂ ਦੇਖ ਰਹੇ ਹੋ ਨਾ, ਇਹ ਵਾਸਤਵਿਕ ਨਹੀਂ ਹੈ। ਮੇਰਾ ਹੋਣਾ ਇਹ ਤੋਂ ਪਾਰ ਹੈ। ਤੋਂ ਪਾਰ ਵੱਲ ਨੂੰ ਖਿੱਚਦੇ ਰਹਿੰਦੇ ਹਨ ਜਦੋਂ ਉਹ ਮੌਜੂਦ ਹੁੰਦੇ ਆ। ਪਰ ਜਦੋਂ ਉਹ ਕੋਈ ਮੌਜੂਦ ਨਹੀਂ ਹੈ ਤੇ ਕੋਈ ਕਲਪਨਾ ਦੇ ਨਾਲ ਜੁੜਿਆ ਹੋਇਆ ਹੈ ਗੁਰੂ ਨਾਲ, ਉਦੋਂ ਫਿਰ ਕਲਪਨਾ ਟੁੱਟੇਗੀ ਥੋੜ੍ਹੀ, ਕਿਉਂਕਿ ਤੋੜਨ ਵਾਲਾ ਤਾਂ ਕੋਈ ਵੀ ਨਹੀਂ ਹੈ। ਕਲਪਨਾ ਤਾਂ ਤੁਹਾਡੀ ਹੀ ਹੈ ਅਤੇ ਆਦਮੀ ਕਲਪਨਾ 'ਚ ਹੀ ਚੱਲਦਾ ਰਹਿੰਦਾ ਹੈ। ਅਤੇ ਲੋਕ ਉਹ ਤਸਵੀਰਾਂ ਨੂੰ ਹੀ ਮੱਥੇ ਟੇਕਦੇ ਰਹਿੰਦੇ ਹਨ। ਹੁਣ ਜਿਵੇਂ ਜਦੋਂ ਗੁਰੂ ਸਾਹਿਬ ਜੀ ਸਰੀਰ ਕਰਕੇ ਸਨ, ਉਦੋਂ ਕੀ ਕਹਿ ਰਹੇ ਸਨ? ਗੁਰ ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ, ਜਿਚਰ ਸ਼ਬਦ ਨਾ ਧਰੇ ਵਿਚਾਰ, ਜਾਂ ਪਿਆਰ ਕਹਿ ਲਓ। ਪਰ ਇਹ ਮੈਨੂੰ ਬਾਹਰੋਂ ਤੁਸੀਂ ਦੇਖ ਕੇ ਮੁਕਤ ਥੋੜ੍ਹੀ ਹੋਵੋਗੇ, ਕਿਉਂਕਿ ਇਹ ਸਰੂਪ ਸੱਚ ਨਹੀਂ ਹੈ। ਗੁਰੂ ਕਹਿ ਰਹੇ ਸਨ ਜੋ ਤੁਸੀਂ ਦੇਖ ਰਹੇ, ਇਹ ਝੂਠ ਹੈ, ਇਹਨੇ ਮਿਟ ਜਾਣਾ। ਇਸੇ ਕਰਕੇ ਮਿਟ ਜਾਂਦੇ ਹਨ ਰੂਪ ਜਿਹੜੇ ਹਨ ਨਾ, ਉਹ ਗੁਰੂਆਂ ਦੇ, ਰਿਸ਼ੀਆਂ ਦੇ, ਮੁਨੀਆਂ ਦੇ, ਸਾਰਿਆਂ ਦੇ ਮਿਟ ਜਾਂਦੇ ਹਨ, ਕਿਉਂਕਿ ਰੂਪ ਥੋੜ੍ਹੀ ਸੱਤ ਹੈ। ਤੋ ਕਹਿ ਰਹੇ ਸਨ ਜੋ ਤੁਸੀਂ ਬਾਹਰੋਂ ਦੇਖ ਰਹੇ ਹੋ ਨਾ, ਇਹਨੂੰ ਦੇਖਿਆ ਮੁਕਤ ਨਹੀਂ ਹੋਣਾ ਹੈ, ਨਾ ਹੀ ਇਹਦੀ ਪੂਜਾ ਕਰਕੇ ਮੁਕਤ ਹੋਵੋਗੇ ਤੁਸੀਂ। ਕਿਉਂਕਿ ਗੁਰੂਆਂ ਕੋਲ ਤਾਂ ਬਹੁਤ ਸਾਰੇ ਸਿੱਖ ਰਹਿੰਦੇ ਸਨ ਅਤੇ ਰੋਜ਼ ਦੇਖਦੇ ਵੀ ਸਨ। ਵਿਰੋਧੀ ਸਨ, ਈਰਖਾਲੂ ਸਨ, ਉਹ ਮੁਕਤ ਕਿਵੇਂ ਹੋ ਜਾਣਗੇ? ਅਤੇ ਅਗਰ ਕੋਈ ਬਾਹਰੋਂ ਗੁਰੂ ਨੂੰ ਸਰੀਰ ਹੀ ਮੰਨਦਾ ਰਹੇਗਾ ਤਾਂ ਸਰੀਰ ਨਾਲ ਹੀ ਜੁੜਿਆ ਰਹੇਗਾ, ਅਤੇ ਸਰੀਰ ਦੇ ਆਕਾਰ ਨਾਲ ਜੁੜ ਗਿਆ ਅਤੇ ਆਕਾਰ ਹੀ ਝੂਠ ਹੈ। ਅਤੇ ਝੂਠ ਨਾਲ ਜੁੜ ਗਿਆ ਨਾ, ਅਤੇ ਜੀਂਦੇ ਜੀ ਤੇ ਗੁਰੂ ਜੁੜ ਨਹੀਂ ਦਿੰਦਾ ਹੈ। ਪਰ ਜਦੋਂ ਗੁਰੂ ਆਕਾਰ ਕਰਕੇ ਮੌਜੂਦ ਨਹੀਂ ਹੁੰਦੇ ਹਨ, ਉਦੋਂ ਫਿਰ ਜ਼ਿਆਦਾਤਰ ਲੋਕ ਜੁੜਨ ਵਾਲੇ ਆਕਾਰ ਦੇ ਨਾਲ ਹੁੰਦੇ ਹਨ। ਇਹ ਗੱਲ ਖਿਆਲ ਵਿੱਚ ਰੱਖਿਓ, ਕਿਉਂਕਿ ਨਿਰਾਕਾਰ ਦੇ ਨਾਲ ਜੁੜਿਆ ਨਹੀਂ ਜਾ ਸਕਦਾ। ਉਪਦੇਸ਼ ਅਤੇ ਪ੍ਰਚਾਰਕ ਬਹੁਤ ਕਰਦੇ ਹਨ ਵੀ ਅਸੀਂ ਅਕਾਲ ਦੀ ਪੂਜਾ ਕਰਦੇ ਹਾਂ, ਪਰ ਫਸੇ ਸਾਰੇ ਕਾਲ 'ਚ ਹੀ ਹਨ, ਸਮੇਂ 'ਚ ਹੀ ਹਨ, ਆਕਾਰਾਂ 'ਚ ਹੀ ਹਨ, ਕਿਉਂਕਿ ਉਹ ਵੀ ਆਕਾਰ ਘੜ ਰਹੇ ਹਨ ਅਤੇ ਆਕਾਰ ਦੇ ਨਾਲ ਜੁੜ ਰਹੇ ਹਨ। ਹੁਣ ਜਿਵੇਂ ਸਿੱਖ ਕਹਿੰਦੇ ਹਨ ਜ਼ਿਆਦਾਤਰ ਪ੍ਰਚਾਰਕ ਵੀ ਗੁਰੂਆਂ ਦੀਆਂ ਫੋਟੋਆਂ ਦੇ ਨਾਲ ਨਾ ਜੁੜੋ, ਇਹ ਸੱਚ ਨਹੀਂ ਹਨ, ਇਹਨਾਂ ਦੇ ਨਾਲ ਨਾ ਜੁੜੋ। ਕਈ ਕਹਿੰਦੇ ਹਨ ਫੋਟੋਆਂ ਦੇ ਨਾਲ ਨਾ ਜੁੜੋ, ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ। ਹੁਣ ਜਿਹੜਾ ਫੋਟੋਆਂ ਦੇ ਨਾਲ ਨਹੀਂ ਜੁੜਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਦਾ, ਉਹ ਕਿਵੇਂ ਜੁੜ ਰਿਹਾ ਹੈ? ਉਹ ਵੀ ਵੈਸੇ ਹੀ ਜੁੜ ਰਿਹਾ ਹੈ ਜੈਸਾ ਹਿੰਦੂ ਮੂਰਤੀ ਦੇ ਨਾਲ ਜੁੜ ਰਿਹਾ ਹੈ, ਆਕਾਰ ਦੇ ਨਾਲ। ਅਤੇ ਹਿੰਦੂ ਨੂੰ ਤਾਂ ਗਲਤ ਕਹਿਣਗੇ ਵੀ ਕਿੱਥੇ ਮੂਰਤੀ ਦੇ ਨਾਲ ਜੁੜਿਆ ਹੋਏ, ਪਰ ਇੱਧਰ ਆਪ ਜਿੱਥੇ ਜੁੜ ਰਿਹਾ ਹੈ, ਉਹ ਵੀ ਬਾਹਰ ਆਕਾਰ ਦੇ ਨਾਲ ਜੁੜ ਗਿਆ ਨਾ। ਇਸ ਕਰਕੇ ਉਹਦੀ ਸੇਵਾ ਕਰਦਾ ਹੈ, ਉਹਦੇ 'ਤੇ ਕੰਬਲ ਦਿੰਦਾ ਹੈ, ਠੰਡ ਨਾ ਲੱਗੇ, ਗਰਮੀਆਂ 'ਚ ਏਸੀ ਲਾਉਂਦਾ ਹੈ। ਆਕਾਰ ਹੀ ਸਮਝ ਰਹੇ ਹਨ ਨਾ, ਆਰਤੀ ਕਰਦੇ ਹਨ, ਭੋਗ ਲਵਾਉਂਦੇ ਹਨ। ਅਤੇ ਅੰਦਰ ਲਿਖਿਆ ਹੋਇਆ ਹੈ ਵੀ ਵਾਹ ਵਾਹ ਬਾਣੀ ਨਿਰੰਕਾਰ ਹੈ,
ਆਕਾਰ ਤੋਂ ਰਹਿਤ ਹੈ। ਤੇ ਹੁਣ ਆਕਾਰ ਤੋਂ ਜਿਹੜਾ ਰਹਿਤ ਹੈ ਉਹਦੇ ਨਾਲ ਜੁੜੋਗੇ ਕਿਵੇਂ? ਜਿਵੇਂ ਸ਼ਬਦ ਦੇ 3 ਰੂਪ ਹਨ ਨਾ, ਪਹਿਲਾ ਸ਼ਬਦ ਲਿਖਣ ਦੇ ਵਿੱਚ ਬੋਲਣ ਵਿੱਚ ਆਉਂਦਾ ਹੈ ਆਕਾਰ ਹੈ, ਅਤੇ ਆਕਾਰ ਤੋਂ ਯਾਤਰਾ ਸ਼ੁਰੂ ਹੁੰਦੀ ਹੈ। ਫਿਰ ਧੁਨ ਹੈ ਸ਼ਬਦ ਦੀ, ਸੂਖਸ਼ਮ ਆਕਾਰ ਹੈ ਸ਼ਬਦ ਦਾ। ਫਿਰ ਸੁਣ ਹੈ ਸ਼ਬਦ ਜਿੱਥੋਂ ਪੈਦਾ ਹੋਇਆ ਆਕਾਰ ਰਹਿਤ। ਤੇ ਜਦੋਂ ਕੋਈ ਯਾਤਰਾ ਸ਼ੁਰੂ ਕਰੇਗਾ ਉਹ ਸਥੂਲ ਤੋਂ ਕਰੇਗਾ ਨਾ, ਤੇ ਸਥੂਲ ਸ਼ਬਦ ਪਹਿਲਾਂ ਪੜ੍ਹੇਗਾ ਸੁਣੇਗਾ। ਅਗਰ ਯਾਤਰਾ ਸ਼ੁਰੂ ਕੀਤੀ ਉਹਨੇ ਤਾਂ ਫਿਰ ਅੱਗੇ ਧੁਨ, ਫਿਰ ਅੱਗੇ ਉਹਦੀ ਹੌਲੀ ਹੌਲੀ ਹੋਰ ਸੂਖਸ਼ਮ ਵੱਲ ਯਾਤਰਾ ਚੱਲਦੀ ਰਹਿੰਦੀ ਹੈ। ਇਵੇਂ ਹੀ ਗੁਰੂ ਦੇ ਵੀ 3 ਰੂਪ ਹਨ। ਇੱਕ ਬਾਹਰ ਜੋ ਤੁਹਾਨੂੰ ਦਿਖ ਰਿਹਾ ਹੈ, ਇੱਕ ਜੋ ਅੰਦਰ ਗਿਆਨ ਸਰੂਪ ਹੈ ਜਿਹਦੇ ਦੁਆਰਾ ਬੋਲ ਰਿਹਾ ਹੈ, ਅਤੇ ਇੱਕ ਉਸ ਤੋਂ ਪਰੇ ਹੈ। ਅਤੇ ਜਦੋਂ ਕੋਈ ਜੀਵਤ ਸਤਿਗੁਰੂ ਦੇ ਨਾਲ ਜੁੜਦਾ ਹੈ, ਜੁੜਦਾ ਤਾਂ ਬਾਹਰ ਹੀ ਹੈ, ਤੋ ਧੀਰੇ ਧੀਰੇ ਪਹਿਲਾਂ ਬਾਹਰੋਂ ਤੋੜ ਕੇ ਅਤੇ ਗਿਆਨ ਸਰੂਪ ਦੇ ਨਾਲ ਜੋੜਦਾ, ਜੋ ਅੰਦਰ ਉਹਦਾ ਬੋਧ ਹੈ ਉਹਦੇ ਨਾਲ। ਫਿਰ ਧੀਰੇ ਧੀਰੇ ਅੰਦਰ ਯਾਤਰਾ ਚੱਲਦੀ, ਉਹ ਬਾਹਰੋਂ ਤੋੜਦਾ ਹੈ। ਪਰ ਜਦੋਂ ਗੁਰੂ ਮੌਜੂਦ ਨਹੀਂ ਹੁੰਦੇ ਹਨ ਤਾਂ ਉਦੋਂ ਲੋਕ ਗੁਰੂਆਂ ਦੀ ਕਲਪਨਾ ਕਰਕੇ ਗੁਰੂਆਂ ਦੇ ਨਾਲ ਜੁੜਦੇ ਹਨ। ਇੱਦਾਂ ਹੀ ਸਾਧੂ ਮਹਾਤਮਾ ਦੇ ਨਾਲ ਜੁੜੇ ਹੋਏ ਹਨ ਲੋਕ। ਦੇਖੋ ਤੁਸੀਂ, ਪੁਰਾਣਿਆਂ ਦਾ ਜੋੜ ਟੁੱਟਦਾ ਨਹੀਂ ਹੈ। ਮੈਂ ਅਕਸਰ ਕਹਿੰਦਾ ਹਾਂ ਬਹੁਤ ਮੋਹ ਹੋ ਜਾਂਦਾ ਹੈ। ਤੈਨੂੰ ਵੀ ਮੋਹ ਹੈ? ਇਹ ਤਦੇ ਕਹਿ ਰਹੀ ਮੈਂ ਬੜੀ ਉਲਝਣ 'ਚ ਫਸ ਗਈ, ਬੇਚੈਨ ਹੋ ਗਈ। ਕਿਉਂ ਹੋ ਰਹੀ ਹੈ? ਕਿਉਂਕਿ ਉਹਨਾਂ ਦੇ ਨਾਲ ਮੋਹ ਹੈ। ਅਤੇ ਜਿਹਨੂੰ ਮੰਨ ਰਹੇ ਹੋ ਬਹੁਤ ਸਮੇਂ ਤੋਂ ਉਹਦੇ ਨਾਲ ਲਗਾਵ ਹੋ ਗਿਆ, ਅਤੇ ਖਿਆਲ ਵਿੱਚ ਆਇਆ ਅਗਰ ਉਹ ਮੁਕਤ ਨਾ ਹੋਏ ਤਾਂ ਮੇਰਾ ਕੀ ਹੋਊਗਾ? ਜਿਨ੍ਹਾਂ ਨੂੰ ਮੰਨ ਰਹੇ ਅਤੇ ਉਹ ਮਨੌਤ ਨਹੀਂ ਛੱਡ ਰਹੇ ਹਨ। ਹੁਣ ਕੋਈ ਪਿੱਛੇ ਜਿੰਨੇ ਵੀ ਸਾਧੂ ਮਹਾਤਮਾ ਹੋਏ ਹਨ, ਕੋਈ ਮੁਕਤ ਹੋਇਆ ਨਹੀਂ ਹੋਇਆ, ਇਹਨੂੰ ਜਾਣ ਕੇ ਤੁਹਾਨੂੰ ਕੀ ਮਿਲੇਗਾ? ਪਰ ਤੁਸੀਂ ਚਾਹੁੰਦੇ ਹੋ ਅਸੀਂ ਜਿਹਦੇ ਨਾਲ ਜੁੜੇ ਹੋ ਮੁਕਤ ਹੋਣਾ ਚਾਹੀਦਾ। ਮੈਂ ਕਹਿੰਦਾ ਹਾਂ ਅਗਰ ਮੁਕਤ ਵੀ ਹੈ ਤਾਂ ਵੀ ਤੁਸੀਂ ਉਹਦੀ ਤਸਵੀਰ ਨਾਲ ਹੀ ਜੁੜੇ ਹੋ, ਕਲਪਨਾ ਨਾਲ ਹੀ ਜੁੜੇ ਹੋ, ਤਾਂ ਵੀ ਤੁਸੀਂ ਮੁਕਤ ਨਹੀਂ ਹੋ ਸਕਦੇ ਹੋ। ਹੁਣ ਗੁਰੂ ਨਾਨਕ ਦੇਵ ਜੀ ਦੇ ਕੋਈ ਆਕਾਰ ਦੇ ਨਾਲ ਜੁੜ ਗਿਆ, ਤਸਵੀਰ ਦੇ ਨਾਲ ਜੁੜ ਗਏ, ਉਹ ਗੁਰੂ ਨਾਨਕ ਦੇਵ ਜੀ ਦੇ ਨਾਲ ਥੋੜ੍ਹੀ ਜੁੜ ਰਿਹਾ, ਉਹ ਤਾਂ ਆਪਣੀ ਕਲਪਨਾ ਦੇ ਨਾਲ ਜੁੜ ਰਿਹਾ। ਗੁਰੂ ਦਾ ਆਪਣਾ ਤਾਂ ਕੋਈ ਆਕਾਰ ਹੈ ਨਹੀਂ। ਮੈਂ ਕਹਿੰਦਾ ਜਦੋਂ ਉਹ ਸਰੀਰ ਵਿੱਚ ਸਨ ਵੀ ਤਾਂ ਵੀ ਉਹਨਾਂ ਦਾ ਕੋਈ ਆਕਾਰ ਨਹੀਂ ਸੀ, ਅਤੇ ਸਰੀਰ ਛੱਡਣ ਤੋਂ ਬਾਅਦ ਤਾਂ ਉਹ ਬਿਲਕੁਲ ਹੀ ਖੋ ਗਏ ਨਿਰਾਕਾਰ ਦੇ ਵਿੱਚ। ਤਦੇ ਕਹਿੰਦੇ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆਰਾ, ਜੋਤੀ ਜੋਤ ਰਲੀ ਸੰਪੂਰਨ ਥੀਆਰਾ। ਤਾਂ ਉਹ ਸੰਪੂਰਨ ਹੋ ਗਏ ਇਸ ਨਿਰਾਕਾਰ ਦੇ ਵਿੱਚ। ਅਤੇ ਜਦੋਂ ਬਾਬੇ ਨਾਨਕ ਦੇ ਦਰਸ਼ਨ ਹੋਣਗੇ ਨਾ ਵਾਸਤਵਿਕ ਦੇ ਵਿੱਚ, ਤਾਂ ਉਦੋਂ ਕਲਪਨਾ ਤੋਂ ਪਰੇ ਜਾ ਕੇ ਹੋਣਗੇ, ਤਾਂ ਉਹਦਾ ਕੋਈ ਆਕਾਰ ਨਹੀਂ ਬਣੇਗਾ। ਖਿਆਲ ਵਿੱਚ ਰੱਖੋ, ਜਿਹਦਾ ਆਕਾਰ ਬਣਦਾ ਹੈ, ਆਕਾਰ ਹੀ ਮਨ ਦੇ ਤਲ 'ਤੇ ਬਣਦਾ ਹੈ। ਅਤੇ ਜਿਹੜਾ ਆਦਮੀ ਕਲਪਨਾ 'ਚ ਜੀ ਰਿਹਾ ਉਹ ਮਨ 'ਚ ਜੀ ਰਿਹਾ ਹੈ, ਅਤੇ ਜਿਹੜਾ ਮਨ ਤੋਂ ਪਾਰ ਚਲੇ ਗਿਆ ਉਹ ਕਲਪਨਾ ਤੋਂ ਵੀ ਪਾਰ ਚਲੇ ਗਿਆ। ਇਸੇ ਕਰਕੇ ਜਿਹੜਾ ਪਰਮਾਤਮਾ ਨੂੰ ਜਾਣ ਲੈਂਦਾ ਹੈ ਨਾ, ਦਰਸ਼ਨ ਕਰ ਲੈਂਦਾ ਹੈ, ਉਹ ਵੀ ਪਰਮਾਤਮਾ ਦੀ ਮੂਰਤੀ ਨਹੀਂ ਬਣਾ ਸਕਦਾ, ਕਿਉਂਕਿ ਉਹ ਪਕੜ ਵਿੱਚ ਹੀ ਨਹੀਂ ਆਉਂਦੀ ਹੈ ਉਹਦੀ ਮੂਰਤ। ਇੱਦਾਂ ਹੀ ਗੁਰੂਆਂ ਦੀ ਮੂਰਤ ਹੈ, ਜਿਹੜੀ ਪਕੜ ਵਿੱਚ ਆਉਂਦੀ ਹੈ ਉਹ ਗੁਰੂ ਨਹੀਂ ਹੈ। ਪਰ ਫਿਰ ਖਿਆਲ ਵਿੱਚ ਰੱਖਿਓ, ਅਗਰ ਜਿਹੜਾ ਸਾਹਮਣੇ ਹੈ ਨਾ ਉਹਦੇ ਨਾਲ ਵੀ ਬਾਹਰ ਜੁੜਿਆ ਜਾਂਦਾ ਹੈ, ਪਰ ਉਹ ਬਾਹਰੋਂ ਜੋੜ ਤੋੜਦਾ ਰਹਿੰਦਾ ਹੈ। ਅਤੇ ਜਿਹੜਾ ਪੁਰਾਣਿਆਂ ਦੇ ਨਾਲ, ਗੁਰੂਆਂ ਦੇ ਨਾਲ, ਸੰਤਾਂ ਸਾਧੂਆਂ ਦੇ ਨਾਲ ਜੁੜ ਕੇ, ਉੱਥੇ ਤੋੜਨ ਵਾਲਾ ਕੋਈ ਵੀ ਨਹੀਂ ਹੈ ਕਲਪਨਾ ਨੂੰ। ਅਤੇ ਲੋਕ ਆਪਣੀ ਆਪਣੀ ਕਲਪਨਾ 'ਚ ਉਲਝੇ ਹੋਏ ਹਨ। ਅਤੇ ਜਿਹਦੀ ਕੋਈ ਜ਼ਿਆਦਾ ਕਲਪਨਾ ਪ੍ਰਗਾੜ ਹੁੰਦੀ ਹੈ ਤਾਂ ਉਹ ਆਪਣੇ ਆਪ ਨੂੰ ਸਿੱਧ ਕਰਦਾ ਰਹਿੰਦਾ ਹੈ ਵੀ ਮੈਂ ਠੀਕ ਜੋ ਦੇਖ ਰਿਹਾ ਮੈਨੂੰ ਦਰਸ਼ਨ ਹੋ ਰਿਹਾ ਹੈ।
ਇੱਦਾਂ ਇੱਦਾਂ ਦਾ ਰੂਪ, ਨੀਲੇ ਘੋੜੇ 'ਤੇ ਸਵਾਰ। ਉਹ ਤੁਸੀਂ ਨੀਲੇ ਘੋੜੇ ਸਵਾਰ ਜਿਹੜਾ ਹੈ ਨਾ, ਉਹ ਖਿਆਲ ਹੀ ਕੀਤਾ, ਕਲਪਨਾ ਕੀਤੀ ਹੋਈ, ਅਤੇ ਆਪਣੇ ਹੀ ਕਲਪਨਾ ਨੂੰ ਦੇਖ ਰਹੇ ਹੋ, ਅਤੇ ਫਿਰ ਕਲਪਨਾ ਦੁਆਰਾ ਗੱਲਬਾਤ ਵੀ ਹੋ ਜਾਂਦੀ। ਅਤੇ ਕਲਪਨਾ ਤੋਂ ਪਾਰ ਹੈ ਨਾ ਜੋ ਰੂਪ, ਉਹ ਪਕੜ ਵਿੱਚ ਨਹੀਂ ਆਉਂਦਾ ਹੈ। ਅਤੇ ਜਿਹਦੀ ਵੀ ਕਲਪਨਾ ਹੁੰਦੀ ਹੈ ਨਾ, ਉਹ ਹੀ ਸੰਸਾਰ। ਦਰਅਸਲ ਸੰਸਾਰ ਨੂੰ ਹੀ ਕਾਲਪਨਿਕ ਕਿਹਾ ਹੋਇਆ ਹੈ। ਕਹਿੰਦੇ ਹਨ ਕਲਪਿਤ ਸੰਸਾਰ। ਸੰਸਾਰ ਦੀ ਤੁਸੀਂ ਕਲਪਨਾ ਕਰ ਰਹੇ ਹੋ, ਅਤੇ ਜੈਸੀ ਤੁਸੀਂ ਕਲਪਨਾ ਕਰ ਰਹੇ ਹੋ ਵੈਸਾ ਹੀ ਸੰਸਾਰ ਦੇਖ ਰਿਹਾ ਹੈ। ਇਸ ਕਰਕੇ ਹਰ ਇੱਕ ਦਾ ਭਿੰਨ ਹੈ, ਅਤੇ ਸੰਸਾਰ ਹੀ ਕਾਲਪਨਿਕ ਹੈ। ਅਤੇ ਰੂਪ ਕਿਵੇਂ ਸੱਚ ਹੋ ਜਾਣਗੇ ਜਿਹੜੇ ਸੰਸਾਰ ਦੇ ਵਿੱਚ? ਅਤੇ ਰੂਪ ਸੱਤ ਨਹੀਂ ਹੈ, ਰੂਪ ਸਭ ਝੂਠ ਹਨ। ਉਹ ਭਾਵੇਂ ਬਾਹਰ ਦਿਖ ਰਹੇ ਹਨ, ਭਾਵੇਂ ਉਹ ਕਲਪਨਾ ਦੇ ਵਿੱਚ ਆ ਰਹੇ ਹਨ। ਅਤੇ ਰੂਪ ਦੇ ਨਾਲ ਜੁੜਨਾ ਹੀ ਸੰਸਾਰ ਦੇ ਨਾਲ ਜੁੜਨਾ ਹੈ, ਪਰ ਪਰਮਾਤਮਾ ਦੇ ਨਾਲ ਸਿੱਧੇ ਤੌਰ 'ਤੇ ਅਰੂਪ ਦੇ ਵਿੱਚ ਨਹੀਂ ਜਾਇਆ ਜਾ ਸਕਦਾ, ਰੂਪ ਦੇ ਨਾਲ ਨਹੀਂ ਜੁੜਿਆ ਜਾ ਸਕਦਾ, ਬਹੁਤ ਕਠਿਨ ਹੈ। ਇਸ ਕਰਕੇ ਜ਼ਿਆਦਾਤਰ ਸਾਧਕ ਜਿਹੜੇ ਹਨ ਰੂਪ ਦੇ ਨਾਲ ਜੁੜਦੇ ਹਨ। ਜ਼ਿਆਦਾਤਰ ਧਾਰਮਿਕ ਲੋਕ, ਜਿਵੇਂ ਮੁਸਲਮਾਨਾਂ ਨੂੰ ਕਿਹਾ ਗਿਆ ਹੈ ਮੁਹੰਮਦ ਸਾਹਿਬ ਦੀ ਕੋਈ ਮੂਰਤੀ ਨਹੀਂ ਬਣਾਉਣੀ, ਆਕਾਰ ਨਾਲ ਨਹੀਂ ਜੁੜਨਾ, ਤਾਂ ਉਹ ਮੱਕੇ ਨਾਲ ਜੁੜ ਗਏ, ਉਸ ਰੂਪ ਦੇ ਨਾਲ ਜੁੜ ਗਏ। ਅਤੇ ਹਰ ਇੱਕ ਧਾਰਮਿਕ ਆਦਮੀ ਆਪਣੀ ਆਪਣੀ ਕਲਪਨਾ ਦੁਆਰਾ ਆਪਣੇ ਆਪਣੇ ਰੂਪ ਦੇ ਨਾਲ ਜੁੜਿਆ ਹੋਇਆ। ਕੋਈ ਕਿਸੇ ਧਾਰਮਿਕ ਸਥਾਨ, ਨਾ ਕੋਈ ਸਾਧੂ, ਨਾ ਕੋਈ ਗੁਰੂ, ਨਾ ਕੋਈ ਪੀਰ, ਨਾ ਪੈਗੰਬਰ, ਨਾ। ਪਰ ਜਿਹੜਾ ਜੀਵਤ ਸਤਿਗੁਰੂ ਨਾਲ ਜੁੜ ਗਿਆ ਨਾ, ਭਾਵੇਂ ਉਹ ਬਾਹਰੋਂ ਰੂਪ ਨਾਲ ਹੀ ਜੁੜਿਆ ਹੋਇਆ, ਉਹਦੀ ਸੰਭਾਵਨਾ ਜ਼ਿਆਦਾ ਹੈ ਮੁਕਤ ਹੋਣ ਦੀ। ਇਹ ਗੱਲ ਖਿਆਲ ਵਿੱਚ ਰੱਖਿਓ। ਅਤੇ ਜੀਵਤ ਨਾਲ ਜੁੜਨ ਵਾਸਤੇ ਮਰਿਆਂ ਨੂੰ ਛੱਡਣਾ ਪੈਂਦਾ ਹੈ, ਇਹ ਵੀ ਗੱਲ ਖਿਆਲ ਵਿੱਚ ਰੱਖੋ।